ਰਾਮ ਰਹੀਮ ਵੱਲੋਂ ਪ੍ਰੋਡਕਸ਼ਨ ਵਾਰੰਟ ਨੂੰ ਦਿੱਤੀ ਚੁਣੌਤੀ ਵਾਲੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਜਾਰੀ। ਸੁਨਾਰੀਆ ਜੇਲ੍ਹ ਦੇ ਵਿੱਚ ਹੀ ਜਾਂ ਫਿਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ੀ ਦੀ ਹੈ ਮੰਗ। ਫਰੀਦਕੋਟ ਅਦਾਲਤ ਨੇ ਕੱਲ ਪੇਸ਼ ਕਰਨ ਦੇ ਦਿੱਤੇ ਹੋਏ ਨੇ ਆਦੇਸ਼। ਪੰਜਾਬ ਦੇ ਵਿੱਚ ਬੀਜੇਪੀ ਨੇ ਵਜਾਇਆ ਚੋਣ ਨਗਾੜਾ। ਨਵਾਂ ਪੰਜਾਬ ਭਾਜਪਾ ਦੇ ਨਾਲ ਦਾ ਦਿੱਤਾ ਨਾਰਾ। ਥੋੜੀ ਦੇਰ ਦੇ ਵਿੱਚ ਕਰਨਗੇ ਪ੍ਰੈਸ ਕਾਨਫਰੰਸ। ਥੋੜੀ ਦੇਰ ਦੇ ਵਿੱਚ ਮਾਨਸਾ ਪਹੁੰਚਣਗੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ। ਕਿਸਾਨਾਂ ਦੇ ਨਾਲ ਕਰਨਗੇ ਮੁਲਾਕਾਤ। ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ 2 ਘੰਟੇ ਤੱਕ ਭਗਵੰਤ ਮਾਨ ਦੇ ਘਰ ਸਨ ਕੇਜਰੀਵਾਲ। ਰਾਹੁਲ ਗਾਂਧੀ ਦੇ ਨਾਲ ਕਰੀਬ 2.5 ਘੰਟੇ ਤੱਕ ਹੋਈ ਸੀਐਮ ਚੰਨੀ ਦੀ ਮੁਲਾਕਾਤ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੀ ਰਹੇ ਮੌਜੂਦ। ਸੂਬੇ ਦੇ ਸਿਆਸੀ ਹਾਲਾਤ ਤੇ ਹੋਈ ਚਰਚਾ। ਸੁਨੀਲ ਜਾਖੜ ਨੇ ਕੇਜਰੀਵਾਲ ਅਤੇ ਚੰਨੀ ਦੇ ਦੌਰਿਆਂ ਨੂੰ ਲੈ ਕੇ ਕੱਸਿਆ ਤੰਜ। ਕਿਹਾ ਪੰਜਾਬ ਦੇ ਸੀਐਮ ਦਿੱਲੀ ਦੇ ਵਿੱਚ, ਦਿੱਲੀ ਦੇ ਸੀਐਮ ਪੰਜਾਬ ਵਿੱਚ। ਘੱਟੋ ਘੱਟ ਇੱਕ ਦੀ ਟਾਈਮਿੰਗ ਤਾਂ ਹੈ ਠੀਕ। ਤਾਂ ਕੇਜਰੀਵਾਲ ਨੇ ਸਮਾਈਲੀ ਦੇ ਨਾਲ ਕੀਤਾ ਰਿਪਲਾਈ। ਅੱਜ ਨਹੀਂ ਹੋਵੇਗੀ ਅਮਿਤ ਸ਼ਾਹ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ। ਸ਼ਾਹ ਦੇ ਗੁਜਰਾਤ ਦੌਰੇ ਕਰਕੇ ਮੁਲਤਵੀ ਹੋਈ ਬੈਠਕ। ਕੈਪਟਨ ਨੇ ਖੇਤੀ ਮਾਹਰਾਂ ਦੇ ਨਾਲ ਮੁਲਾਕਾਤ ਦੀ ਕਹੀ ਸੀ ਗੱਲ। ਪੁਲਿਸ ਨੇ ਟੀਕਰੀ ਹਾਦਸੇ ਦੇ ਮੁਲਜ਼ਮ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ। ਹਾਦਸੇ ਦੇ ਵਿੱਚ ਗਈ ਹੈ 3 ਮਹਿਲਾਵਾਂ ਦੀ ਜਾਨ। 2 ਦੀ ਹਾਲਤ ਬਣੀ ਹੋਈ ਹੈ ਗੰਭੀਰ। ਟੀਕਰੀ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੀਆਂ ਮਹਿਲਾ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਦੀ ਮਦਦ ਦੇਵੇਗੀ ਪੰਜਾਬ ਸਰਕਾਰ। ਸੀਐਮ ਚੰਨੀ ਨੇ ਕੀਤਾ ਐਲਾਨ। ਜ਼ਖਮੀਆਂ ਨੂੰ ਵੀ ਮਿਲੇਗਾ ਮੁਫਤ ਇਲਾਜ। ਡਿਪਟੀ ਸੀਐਮ ਰੰਧਾਵਾ ਨੇ ਫਲੋਰ ਨਾਕੇ ਤੇ ਤੜਕੇ ਮਾਰਿਆ ਛਾਪਾ। ਢਿੱਲ ਵਰਤਣ ਵਾਲੇ 3 ਪੁਲਿਸ ਕਰਮਚਾਰੀਆਂ ਨੂੰ ਕੀਤਾ ਸਸਪੈਂਡ। ਬਾਕੀਆਂ ਨੂੰ ਵੀ ਮੁਸਤੈਦੀ ਦੇ ਨਾਲ ਡਿਊਟੀ ਕਰਨ ਦੀ ਦਿੱਤੀ ਤਾਕੀਦ। ਲੁਧਿਆਣਾ ਦੇ ਵਿੱਚ ਹੋਇਆ ਵੱਡਾ ਹਾਦਸਾ। ਅਚਾਨਕ ਧੱਸੀ ਸੜਕ। ਵੱਡੇ ਟੋਏ ਦੇ ਵਿੱਚ ਡਿੱਗੇ ਸਕੂਲੀ ਬੱਚੇ। ਵਾਲ-ਵਾਲ ਬਚੀ ਜਾਨ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਰਾਮ ਰਹੀਮ ਤੋਂ ਕਰਾਂਗੇ। ਰਾਮ ਰਹੀਮ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਜਾਰੀ ਹੈ। 2 ਵੱਖ-ਵੱਖ ਪਟੀਸ਼ਨਾਂ ਤੇ ਸੁਣਵਾਈ ਜਾਰੀ ਹੈ। ਡੇਰਾ ਮੁਖੀ ਨੇ ਪ੍ਰੋਡਕਸ਼ਨ ਵਾਰੰਟ ਨੂੰ ਚੁਣੌਤੀ ਦਿੱਤੀ ਹੈ। ਸੁਨਾਰੀਆ ਜੇਲ੍ਹ ਦੇ ਵਿੱਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ੀ ਦੀ ਵੀ ਗੱਲ ਕਹੀ ਗਈ ਹੈ। ਫਰੀਦਕੋਟ ਅਦਾਲਤ ਨੇ ਜਾਰੀ ਕੀਤਾ ਹੈ ਪ੍ਰੋਡਕਸ਼ਨ ਵਾਰੰਟ। ਕੱਲ ਪੇਸ਼ ਕਰਨ ਦੇ ਦਿੱਤੇ ਹੋਏ ਨੇ ਆਦੇਸ਼। ਔਰ ਜਿਸ ਦੇ ਚੱਲਦੇ ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ ਅਗਾਊ ਜ਼ਮਾਨਤ ਦੀ ਅਰਜ਼ੀ ਤੇ ਵੀ ਸੁਣਵਾਈ ਜਾਰੀ ਹੈ। ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਰਾਮ ਰਹੀਮ ਹਾਲ ਹੀ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਤੇ ਸਜ਼ਾ ਭੁਗਤ ਰਿਹਾ। ਸਾਧਵੀਆਂ ਦੇ ਨਾਲ ਜਬਰ ਜਨਾਹ। ਇਸ ਤੋਂ ਇਲਾਵਾ ਰਣਜੀਤ ਮਰਡਰ ਕੇਸ ਦੇ ਵਿੱਚ ਵੀ ਹਾਲ ਹੀ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਉਸ ਤੋਂ ਬਾਅਦ ਬੇਅਦਬੀ ਮਾਮਲੇ ਨੂੰ ਲੈ ਕੇ ਹੁਣ ਫਿਜ਼ੀਕਲੀ ਜਿਹੜਾ ਪੇਸ਼ ਹੋਣ ਨੂੰ ਲੈ ਕੇ ਇਹ ਪ੍ਰੋਡਕਸ਼ਨ ਵਾਰੰਟ ਮਿਲਿਆ ਸੀ, ਜਿਸ ਤੋਂ ਬਾਅਦ ਹੁਣ ਇਹ ਪਟੀਸ਼ਨ ਪਾਈ ਗਈ ਹੈ। ਔਰ ਪਟੀਸ਼ਨ ਤੇ ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ। 2 ਵੱਖ-ਵੱਖ ਪਟੀਸ਼ਨਾਂ ਨੇ ਜਿਸ ਤੇ ਸੁਣਵਾਈ ਜਾਰੀ ਹੈ। ਡੇਰਾ ਮੁਖੀ ਨੇ ਪ੍ਰੋਡਕਸ਼ਨ ਵਾਰੰਟ ਨੂੰ ਚੁਣੌਤੀ ਦਿੱਤੀ ਹੈ ਔਰ ਸੁਨਾਰੀਆ ਜੇਲ੍ਹ ਦੇ ਵਿੱਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ। ਔਰ ਫੋਨ ਲਾਈਨ ਤੇ ਨੇ ਪੱਤਰਕਾਰ ਉਮੇਸ਼ ਸ਼ਰਮਾ। ਜੀ ਉਮੇਸ਼, ਕੀ ਕੁਝ ਜਾਣਕਾਰੀ ਜੇਕਰ ਹਾਲ ਹੀ ਦੀ ਸੁਣਵਾਈ ਦੀ ਗੱਲ ਕੀਤੀ ਜਾਏ? ਦੇਖੋ, ਜਿਹੜੀ 2 ਪਟੀਸ਼ਨ ਫਾਈਲ ਹੈ, ਇੱਕ ਅਗਾਊਂ ਜ਼ਮਾਨਤ ਦੀ ਤੇ ਨਾਲੇ ਜਿਹੜਾ ਪ੍ਰੋਡਕਸ਼ਨ ਵਾਰੰਟ ਹੈ ਫਰੀਦਕੋਟ ਜ਼ਿਲ੍ਹਾ ਅਦਾਲਤ ਵੱਲੋਂ ਫਰੀਦਕੋਟ ਵਾਰੰਟ ਇਸ਼ੂ ਕੀਤਾ ਗਿਆ, ਉਹਦੋਂ ਨੂੰ ਚੈਲੰਜ ਕੀਤਾ ਗਿਆ। ਤੇ ਜੇ ਮੈਂ ਪਹਿਲੀ ਪਟੀਸ਼ਨ ਦੀ ਗੱਲ ਕਰਾਂ, ਜਿਹੜੀ ਬੇਲ ਅਗਰੀਮ ਅਗਾਊਂ ਜ਼ਮਾਨਤ ਦੀ ਹੈ, ਉਹਦੇ ਵੀ ਸੁਣਵਾਈ ਹੈ। ਤੇ ਦੂਜੀ ਪਟੀਸ਼ਨ ਜਿਹੜੀ ਫਿਕਸ ਟੂਡੇ ਅੱਜ ਹੀ ਉਹ ਲਾਈ ਗਈ ਸੀ। ਹਾਲਾਂਕਿ ਪਟੀਸ਼ਨ ਫਾਈਲ ਹੋ ਚੁੱਕੀ ਸੀ, ਲੇਕਿਨ ਉਹ ਟੈਕਨੀਕਲੀ ਇੱਕ ਵਰਡ ਹੁੰਦਾ ਹੈ ਫਿਕਸ ਟੂਡੇ, ਉਹ ਅੱਜ ਹੈ। ਉਹ ਵੀ ਅੱਜ ਸੇਮ ਹਾਈ ਕੋਰਟ ਦੇ ਜਸਟਿਸ ਦੇ ਸਾਹਮਣੇ ਪੇਸ਼ ਕੀਤੀ ਗਈ ਹੈ ਤੇ ਉਸ ਤੇ ਵੀ ਸੁਣਵਾਈ ਜਾਰੀ ਹੈ। 2 ਪਟੀਸ਼ਨਾਂ, ਯਾਨੀ ਕਿ ਜਿਹੜਾ ਪ੍ਰੋਡਕਸ਼ਨ ਵਾਰੰਟ ਹੈ ਉਹਨੂੰ ਚੈਲੰਜ ਕੀਤਾ ਗਿਆ, ਉਹਦੀ ਵੀ ਸੁਣਵਾਈ, ਤੇ ਨਾਲੇ ਅਗਾਊਂ ਜਿਹੜੀ ਜ਼ਮਾਨਤ ਮੰਗੀ ਗਈ ਹੈ ਉਸੇ ਪ੍ਰੋਡਕਸ਼ਨ ਵਾਰੰਟ ਨੂੰ ਲੈ ਕੇ ਉਹਦੀ ਵੀ ਸੁਣਵਾਈ ਜਾਰੀ ਹੈ। ਕੁਛ ਦੇਰ ਵਿੱਚ ਸਾਫ਼ ਹੋ ਜਾਏਗਾ ਕਿ ਕੀ ਰਾਮ ਰਹੀਮ ਨੂੰ ਕਿਆ ਰਿਲੀਫ ਮਿਲਦੀ ਹੈ ਜਾਂ ਕੀ ਪ੍ਰੋਡਕਸ਼ਨ ਵਾਰੰਟ ਐਜ਼ ਇਟ ਸਟਿਲ ਸਟੈਂਡ ਰਹਿੰਦਾ। ਜਿਹੜੀ ਵੀ ਜਾਣਕਾਰੀ ਹੋਗੀ ਜ਼ਰੂਰ ਸਾਂਝਾ ਕਰਾਂਗੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਉਮੇਸ਼, ਤਮਾਮ ਜਾਣਕਾਰੀ ਦੇ ਲਈ ਧੰਨਵਾਦ। ਸੋ ਰਾਮ ਰਹੀਮ ਦੀਆਂ ਮੁਸ਼ਕਿਲਾਂ ਘਟਦੀਆਂ ਨਹੀਂ ਬਲਕਿ ਵਧਦੀਆਂ ਨਜ਼ਰ ਆ ਰਹੀਆਂ ਨੇ। ਰੋਜ਼ਾਨਾ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਜਿਹੜੀ ਸੁਣਵਾਈ ਹੈ ਉਹ ਹੋ ਰਹੀ ਹੈ। ਔਰ ਹਾਲ ਹੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਸਜ਼ਾ ਭੁਗਤ ਰਿਹਾ ਤੇ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਸੁਣਵਾਈ ਹੋਏਗੀ ਵੇਖਣ ਵਾਲੀ ਗੱਲ ਹੋਏਗੀ।
तो डेरा मुखी ने प्रोडक्शन वारंट ਨੂੰ ਚੁਣੌਤੀ ਦਿੱਤੀ ਹੈ ਔਰ ਫਰੀਦਕੋਟ ਅਦਾਲਤ ਨੇ ਕੱਲ ਪੇਸ਼ ਕਰਨ ਦੇ ਆਦੇਸ਼ ਜਿਹੜੇ ਨੇ ਉਹ ਦਿੱਤੇ ਹੋਏ ਨੇ ਅਗਾਊਂ ਜ਼ਮਾਨਤ ਨੂੰ ਲੈ ਕੇ ਤੇ ਨਾਲ ਹੀ ਪ੍ਰੋਡਕਸ਼ਨ ਵਾਰੰਟ ਨੂੰ ਚੁਣੌਤੀ ਦਿੱਤੀ ਹੈ ਔਰ ਇਹਨਾਂ ਦੋਵਾਂ ਹੀ ਪਟੀਸ਼ਨਾਂ ਤੇ ਜਿਹੜੀ ਸੁਣਵਾਈ ਹੋ ਰਹੀ ਜਿਵੇਂ ਉਮੇਸ਼ ਵੀ ਜਾਣਕਾਰੀ ਦੇ ਰਹੀ ਸੀ ਕਿ ਥੋੜੀ ਦੇਰ ਦੇ ਵਿੱਚ ਲਗਭਗ ਸਾਫ਼ ਹੋ ਜਾਏਗਾ ਯਾਨੀ ਕਿ ਸੁਣਵਾਈ ਖਤਮ ਹੋਣ ਤੋਂ ਬਾਅਦ ਸਾਫ਼ ਹੋਏਗਾ ਕਿ ਆਖਿਰਕਾਰ ਅੱਗੇ ਵਾਸਤੇ ਕੀ ਕੁਝ ਕੋਰਟ ਜਿਹੜਾ ਹੈ ਉਹ ਸੁਣਾਉਂਦਾ ਹੈ ਇਸ ਪਟੀਸ਼ਨ ਨੂੰ ਲੈ ਕੇ ਤੇ ਅੱਗੇ ਵਧਾਂਗੇ ਗੱਲ ਕਰਾਂਗੇ ਅੱਜ ਨਹੀਂ ਹੋਵੇਗੀ ਅਮਿਤ ਸ਼ਾਹ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਅਮਿਤ ਸ਼ਾਹ ਦੇ ਗੁਜਰਾਤ ਦੌਰੇ ਕਰਕੇ ਇਹ ਮੁਲਾਕਾਤ ਟਲੀ ਹੈ ਔਰ ਖਾਸ ਤੌਰ ਤੇ ਦੱਸੀ ਕਿ ਗੁਜਰਾਤ ਦੌਰੇ ਕਰਕੇ ਹੀ ਮੁਲਾਕਾਤ ਜਿਹੜੀ ਟਲੀ ਲੇਕਿਨ ਬੀਤੇ ਦਿਨ ਕਿਹਾ ਗਿਆ ਸੀ ਕਿ ਮੁਲਾਕਾਤ ਹੋਵੇਗੀ ਔਰ ਖਾਸ ਤੌਰ ਤੇ ਖੇਤੀ ਕਾਨੂੰਨਾਂ ਦਾ ਸਭ ਤੋਂ ਵੱਡਾ ਮਸਲਾ ਹੈ ਕਿਉਂਕਿ ਜਦੋਂ ਤੋਂ ਅਮਿਤ ਸ਼ਾਹ ਉਹਨਾਂ ਦੇ ਨਾਲ ਪਹਿਲਾ ਮੁਲਾਕਾਤ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਤੋਂ ਬੀਜੇਪੀ ਦੇ ਸੰਪਰਕ ਦੇ ਵਿੱਚ ਜ਼ਿਆਦਾਤਰ ਆ ਰਹੇ ਨੇ ਤਾਂ ਖੇਤੀ ਕਾਨੂੰਨ ਦਾ ਸਭ ਤੋਂ ਵੱਡਾ ਮਸਲਾ ਹੀ ਕਿਹਾ ਜਾ ਰਿਹਾ ਹੈ ਸੋ ਮਾਇਰਾ ਦੇ ਵਫਦ ਦੇ ਨਾਲ ਇਹ ਮੁਲਾਕਾਤ ਕਰਨੀ ਸੀ ਕਿਸਾਨੀ ਮਸਲੇ ਨੂੰ ਲੈ ਕੇ ਮੁਲਾਕਾਤ ਹੋਣੀ ਸੀ ਸੋ ਅੱਜ ਤੋਂ ਰਾਸ਼ਟਰਪਤੀ ਦਾ ਗੁਜਰਾਤ ਦੌਰਾ ਹੈ 31 ਅਕਤੂਬਰ ਨੂੰ ਗੁਜਰਾਤ ਦੇ ਵਿੱਚ ਰਾਸ਼ਟਰੀ ਏਕਤਾ ਦਿਵਸ ਪ੍ਰੋਗਰਾਮ ਦੀ ਅਗਵਾਈ ਸ਼ਾਹ ਨੇ ਕਰਨੀ ਹੈ ਜਿਸ ਕਰਕੇ ਮੁਲਾਕਾਤ ਨਹੀਂ ਹੋਈ ਹੈ ਜਲਦੀ ਹੀ ਮੁਲਾਕਾਤ ਦੇ ਲਈ ਅਗਲਾ ਸਮਾਂ ਤੈਅ ਕੀਤਾ ਜਾਵੇਗਾ ਕਿਉਂਕਿ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਸੀ ਹਾਲਾਂਕਿ ਇਸ ਦੇ ਵਿੱਚ ਇਕੱਲੇ ਹੀ ਨਜ਼ਰ ਆ ਰਹੇ ਸੀ ਕਈ ਕਿਆਸ ਸਨ ਕਿ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਨੇ ਪਰ ਜੇ ਨਹੀਂ ਹੋਇਆ ਪਰ ਸਭ ਤੋਂ ਵੱਡਾ ਮਸਲਾ ਇਸ ਵੇਲੇ ਪੰਜਾਬ ਦਾ ਜੋ 2022 ਦੇ ਮੱਦੇਨਜ਼ਰ ਸਭ ਤੋਂ ਅਹਿਮ ਹੈ ਖੇਤੀ ਕਾਨੂੰਨਾਂ ਦਾ ਸੋ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਪੂਰੀਆਂ ਕੋਸ਼ਿਸ਼ਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਕਿ ਬੀਜੇਪੀ ਦੇ ਨਾਲ ਰਾਬਤਾ ਕਰਕੇ ਇਸ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕਰਾਇਆ ਜਾਵੇ उधर राहुल गांधी के नाल सीएम चन्नी ने मुलाकात की है करीब 2.5 घंटे तक ये मुलाकात चली है पंजाब कांग्रेस इंचार्ज हरीश चौधरी भी मौजूद रहे ने मीडिया के नाल बिना गल कीतियां ही सीएम चन्नी निकले ने सो दस दईए कि मुलाकात लगातार चल रही ने खास तौर पर बड़ा मसला इस वेले सारे ही मसलों को लैके क्योंकि जिस तरह के नाल थोड़े दिनों तो नवजोत सिंह सिद्धू के नाल भी नाराजगियां चल रही ने इस तो इलावा जेकर गल की जाए तो कैप्टन अमरिंदर सिंह भी दूसरे पासे मूँह करते हुए नजर आ रहे थे हालांकि हाल ही उन्होंने इस्तीफा टाल दिता है सो इस तो इलावा भी होर सारे कई मसले ने सो जिस दे बाबत चर्चावां कह सकते हैं कि इस मीटिंग दे विच होईयां होणगियां सो ये 2.5 घंटे मुलाकात चल रही है करीब और राहुल गांधी दे नाल सीएम चन्नी दी हालांकि सीएम चन्नी कुछ कहे बिना ही निकलते हुए नजर आए ने और हरीश चौधरी जो नवे इंचार्ज ने पंजाब कांग्रेस के वो भी इस मीटिंग दे विच मौजूद रहे सो मीडिया के नाल तक खैर कोई राबता नहीं किया पर अहम मीटिंग जिहड़ी है वो 2.5 घंटे जरूर चली है सो 2.5 घंटे अहम चर्चावां होईयां ने सीएम चन्नी दी राहुल गांधी दे नाल पंजाब कांग्रेस इंचार्ज हरीश चौधरी भी ਜਿਹੜੇ ਨੇ ਉਹ ਮੌਜੂਦ ਰਹੇ ਨੇ ਔਰ ਖਾਸ ਤੌਰ ਤੇ ਜਦੋਂ ਤੋਂ ਸੀਐਮ ਚੰਨੀ ਨੂੰ ਬਾਗਡੋਰ ਮਿਲੀ ਹੈ ਪੰਜਾਬ ਦੀ ਉਸ ਵੇਲੇ ਤੋਂ ਹੀ ਉਹਨਾਂ ਦੇ ਵੱਲੋਂ ਲਗਾਤਾਰ ਸੰਜੀਦਗੀ ਵਿਖਾਉਂਦੇ ਹੋਏ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੇ ਕੰਮਕਾਰ ਵੀ ਜਿਹੜਾ ਉਹ ਕਹਿ ਸਕਦੇ ਹਾਂ ਕਿ ਦਿਨ ਰਾਤ ਵੇਖਿਆ ਜਾ ਰਿਹਾ ਤੇ ਖੁਦ ਹੀ ਆਪਣੀ ਜ਼ੁਬਾਨੀ ਵੀ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ 17 ਤੋਂ 18 ਘੰਟੇ ਉਹ ਕੰਮ ਕਰ ਰਹੇ ਨੇ ਤਾਂ ਕਿ ਲੋਕਾਂ ਦੇ ਵਾਸਤੇ ਕੁਝ ਕੰਮ ਇਸ ਥੋੜੇ ਸਮੇਂ ਦੇ ਵਿੱਚ ਕੀਤਾ ਜਾ ਸਕੇ ਹਾਲਾਂਕਿ ਜੇਕਰ ਰਾਹੁਲ ਗਾਂਧੀ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਵੀ ਪੂਰੀ ਸੰਜੀਦਗੀ ਦੇ ਨਾਲ ਹਾਈ ਕਮਾਂਡ ਦੇ ਵੱਜੋਂ ਜਿਹੜਾ ਉਹ ਪੰਜਾਬ ਦੇ ਮਸਲੇ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਬਾਕੀ ਜਿੱਥੇ ਵਿਧਾਨ ਸਭਾ ਚੋਣਾਂ ਨੇ ਸੋ ਉਹਨਾਂ ਦੇ ਸੰਜੀਦਗੀ ਵਿਖਾਈ ਜਾ ਰਹੀ ਹੈ ਤੇ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕਰਦੇ ਆ ਤਾਂ ਜਿੱਥੇ ਆਪਸੀ ਮਤਭੇਦ ਸੀ ਸੋ ਉਸ ਤੋਂ ਬਾਅਦ ਹੁਣ ਬਾਕੀ ਦੇ ਕੰਮਕਾਰਾਂ ਨੂੰ ਵੇਖਿਆ ਜਾ ਰਿਹਾ ਹੈ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਤੋਂ ਥੋੜੀ ਦੇਰ ਦੇ ਵਿੱਚ ਮਾਨਸਾ ਪਹੁੰਚਣਗੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਮਾਨਸਾ ਦੇ ਵਿੱਚ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ 2 ਘੰਟੇ ਤੱਕ ਭਗਵੰਤ ਮਾਨ ਦੇ ਘਰ ਸਨ ਅਰਵਿੰਦ ਕੇਜਰੀਵਾਲ ਔਰ 2 ਦਿਨਾਂ ਫਿਰ ਤੋਂ ਪੰਜਾਬ ਦੌਰੇ ਤੇ ਆਏ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਦੌਰੇ ਤੇ ਆਏ ਸਨ ਪਰ ਇਸ ਵਾਰ ਕਹਿ ਸਕਦੇ ਆ ਕਿ ਮਾਲਵਾ ਨੂੰ ਬੇਖਦ ਹੀ ਮੋਹਰੇ ਰੱਖਿਆ ਜਾ ਰਿਹਾ ਸੰਜੀਦਗੀ ਦੇ ਨਾਲ ਇਸ ਪਾਸੇ 'ਚ ਵੱਲ ਮੂੰਹ ਕੀਤਾ ਗਿਆ ਔਰ ਖਾਸ ਤੌਰ ਤੇ ਵੱਡੇ ਮਸਲੇ ਨੇ ਕਿਉਂਕਿ ਤੀਜਾ ਜਿਹੜਾ ਵੱਡਾ ਬਦਲ ਕਹਿ ਸਕਦੇ ਆ ਪੰਜਾਬ ਦੇ ਵਿੱਚ ਤੀਜੀ ਵੱਡੀ ਪਾਰਟੀ ਆਮ ਆਦਮੀ ਪਾਰਟੀ ਹਾਲਾਂਕਿ ਹੁਣ ਤੱਕ ਇੱਕ ਵਾਰ ਵੀ ਸੱਤਾ ਦੇ ਵਿੱਚ ਨਹੀਂ ਆਈ ਹੈ ਪਰ ਹਮੇਸ਼ਾ ਹੀ ਚੋਣਾਂ ਦੇ ਵਿੱਚ ਜ਼ੋਰ ਲਗਾਇਆ ਜਾਂਦਾ ਖਾਸ ਤੌਰ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਉਂਕਿ ਸਭ ਤੋਂ ਜ਼ਿਆਦਾ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਵੋਟਾਂ ਦੀ ਤਾਂ ਪੰਜਾਬ ਦੇ ਵਿੱਚ ਹੀ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਨਜ਼ਰ ਆਉਂਦੀਆਂ ਨੇ ਤੇ ਇਸ ਵਾਰ ਸਭ ਤੋਂ ਵੱਡਾ ਮੁੱਦਾ ਹੈ ਕਿ ਆਖਿਰਕਾਰ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਕੌਣ ਹੋਏਗਾ ਕਿਉਂਕਿ ਖੁਦ ਉਹਨਾਂ ਦੇ ਵਿਧਾਇਕ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਹੁਣ ਦੇਰੀ ਹੋਈ ਤਾਂ ਫਿਰ ਹਮੇਸ਼ਾ ਦੇ ਲਈ ਦੇਰੀ ਹੋ ਜਾਵੇਗੀ ਸਭ ਨੂੰ ਇੰਤਜ਼ਾਰ ਹੈ ਕਿ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਕੌਣ ਹੋਏਗਾ ਔਰ ਇਸ ਵਾਰ ਜਿਹੜਾ ਦੌਰਾ ਹੈ ਅਰਵਿੰਦ ਕੇਜਰੀਵਾਲ ਦਾ ਤੇ ਕਈ ਕਹਿ ਸਕਦੇ ਆ ਚਰਚਾਵਾਂ ਇਹੀ ਨੇ ਕਿ ਹੋ ਸਕਦਾ ਐਲਾਨ ਕੀਤਾ ਜਾਵੇ ਸੋ ਥੋੜੀ ਦੇਰ ਦੇ ਵਿੱਚ ਮਾਨਸਾ ਪਹੁੰਚਣਗੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਔਰ ਮਾਨਸਾ ਦੇ ਵਿੱਚ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਕਿਉਂਕਿ ਜੇਕਰ ਮਾਲਵਾ ਬੈਲਟ ਦੀ ਗੱਲ ਕੀਤੀ ਜਾਵੇ ਬਠਿੰਡਾ ਮਾਨਸਾ ਸੰਗਰੂਰ ਸੋ ਸਾਰਾ ਹੀ ਕਿਸਾਨੀ ਨਿਰਭਰ ਹੈ ਖੇਤੀ ਨਿਰਭਰ ਹੈ ਸੋ ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ 2 ਘੰਟੇ ਭਗਵੰਤ ਮਾਨ ਦੇ ਘਰ ਸਨ
ਉੱਥੇ ਉਹਨਾਂ ਦੇ ਵੱਲੋਂ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਕੀਤੀ ਗਈ ਹੈ। ਔਰ ਇਸ ਤੋਂ ਇਲਾਵਾ ਦੱਸ ਦਈਏ ਕਿ ਸਵੇਰੇ ਟ੍ਰੇਨ ਦੇ ਜ਼ਰੀਏ ਸੰਗਰੂਰ ਪਹੁੰਚੇ ਸਨ। ਇਸ ਤੋਂ ਬਾਅਦ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਚਰਨਜੀਤ ਚੰਨੀ ਤੇ ਕੇਜਰੀਵਾਲ ਦੇ ਦੌਰਿਆਂ ਤੇ ਜਾਖੜ ਦਾ ਤੰਜ ਸਾਹਮਣੇ ਆਇਆ ਹੈ। ਪੰਜਾਬ ਦੇ ਸੀਐਮ ਦਿੱਲੀ ਦੇ ਵਿੱਚ ਤੇ ਦਿੱਲੀ ਦੇ ਸੀਐਮ ਪੰਜਾਬ ਦੇ ਵਿੱਚ ਨੇ। ਘੱਟੋ ਘੱਟ ਇੱਕ ਦੀ ਤਾਂ ਟਾਈਮਿੰਗ ਠੀਕ ਹੈ, ਜਾਖੜ ਇਹ ਕਹਿੰਦੇ ਹੋਏ ਨਜ਼ਰ ਆਏ ਨੇ। ਸੋ ਜੇਕਰ ਸੁਨੀਲ ਜਾਖੜ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਵੱਲੋਂ ਟਵੀਟ ਦੇ ਜ਼ਰੀਏ ਹੀ ਆਪਣੀਆਂ ਭਾਵਨਾਵਾਂ, ਆਪਣੀ ਸੋਚ, ਆਪਣੇ ਵਿਚਾਰ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਦੇ ਨਾਲ, ਦੇਸ਼ ਦੇ ਲੋਕਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ। ਤੇ ਹੁਣ ਵੀ ਉਹਨਾਂ ਦੇ ਵੱਲੋਂ ਇਹ ਤੰਜ ਕੱਸਿਆ ਗਿਆ ਚੰਨੀ ਅਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ, ਦੌਰਿਆਂ ਨੂੰ ਲੈ ਕੇ ਉਹਨਾਂ ਨੇ ਤੰਜ ਕੱਸਿਆ। ਪੰਜਾਬ ਦੇ ਸੀਐਮ ਦਿੱਲੀ ਦੇ ਵਿੱਚ ਨੇ ਔਰ ਦਿੱਲੀ ਦੇ ਸੀਐਮ ਪੰਜਾਬ ਦੇ ਵਿੱਚ ਨੇ। ਸੋ ਘੱਟੋ ਘੱਟ ਇੱਕ ਦੀ ਤਾਂ ਟਾਈਮਿੰਗ ਠੀਕ ਹੈ। ਸੋ ਕੁੱਲ ਮਿਲਾ ਕੇ ਇਸ ਟਵੀਟ ਦੇ ਜ਼ਰੀਏ, ਇਸ ਬਿਆਨ ਦੇ ਜ਼ਰੀਏ ਜੇਕਰ ਗੱਲ ਕਰਦੇ ਹਾਂ ਤਾਂ ਕਾਫੀ ਕੁਝ ਮਾਇਨੇ ਨਿਕਲਦੇ ਨੇ, ਕਿਉਂਕਿ ਸੁਨੀਲ ਜਾਖੜ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਟਵੀਟ ਦੇ ਜ਼ਰੀਏ ਹੀ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਤੇ ਇੱਥੇ ਗੱਲ ਕੀਤੀ ਜਾਵੇ ਤਾਂ ਟਾਈਮਿੰਗ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਘੱਟੋ ਘੱਟ ਇੱਕ ਦੀ ਤਾਂ ਟਾਈਮਿੰਗ ਠੀਕ ਹੈ, ਯਾਨੀ ਕਿ ਅਰਵਿੰਦ ਕੇਜਰੀਵਾਲ ਹੁਣ ਥੋੜੇ ਸਮੇਂ ਬਾਅਦ ਹੀ ਪੰਜਾਬ ਦੌਰੇ ਤੇ ਆ ਰਹੇ ਨੇ। ਸੋ ਸਾਫ਼ ਤੌਰ ਤੇ ਸਭ ਨੂੰ ਨਜ਼ਰ ਆ ਰਿਹਾ ਕਿ 2022 ਦੀਆਂ ਚੋਣਾਂ ਨੇ ਤੇ ਉਸ ਦੇ ਮੱਦੇਨਜ਼ਰ ਖਾਸ ਤੌਰ ਤੇ ਪੰਜਾਬ 'ਚ ਰਹਿਣਾ ਜਿਹੜਾ ਬੇਹੱਦ ਹੀ ਅਹਿਮ ਹੈ ਔਰ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਰਾਬਤਾ। ਹਾਲਾਂਕਿ ਸੁਨੀਲ ਜਾਖੜ ਦਾ ਇਹ ਟਵੀਟ ਕਾਫੀ ਮਾਇਨੇ ਰੱਖਦਾ ਹੈ ਔਰ ਖਾਸ ਤੌਰ ਤੇ ਜੇਕਰ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਟਵੀਟ ਦੇਖਦੇ ਹਾਂ ਕਿ ਕੁਝ ਕਿਹਾ ਗਿਆ ਉਹਨਾਂ ਵੱਲੋਂ। ਜਾਖੜ ਦੇ ਟਵੀਟ ਤੇ ਕੇਜਰੀਵਾਲ ਦਾ ਜਵਾਬ ਸਾਹਮਣੇ ਸਮਾਈਲੀ ਦੇ ਨਾਲ ਕੀਤਾ ਉਹਨਾਂ ਨੇ ਰਿਪਲਾਈ। ਕੀ ਕਹਿੰਦੀ ਹੈ ਕੇਜਰੀਵਾਲ ਦੀ ਮੁਸਕਰਾਹਟ? ਸਾਫ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਾਖੜ ਦੇ ਟਵੀਟ ਤੋਂ ਬਾਅਦ ਸਮਾਈਲੀ ਦੇ ਨਾਲ ਜੋ ਰਿਪਲਾਈ ਕੀਤਾ ਗਿਆ ਉਸ ਤੇ ਵੀ ਸਵਾਲ ਹੈ ਕਿ ਆਖਿਰਕਾਰ ਉਹ ਸਮਾਈਲੀ ਕੀ ਕਹਿੰਦੀ ਹੈ, ਯਾਨੀ ਕਿ ਅਰਵਿੰਦ ਕੇਜਰੀਵਾਲ ਨੂੰ ਕੀ ਲੱਗਦਾ ਹੈ ਕਿ ਜੋ ਇਹ ਟਵੀਟ ਕੀਤਾ ਗਿਆ ਇਸ ਦੇ ਕਾਫੀ ਜ਼ਿਆਦਾ ਮਾਇਨੇ ਨੇ। तो स्माइली दे नाल रिप्लाई किया गया, वेख सकते हो तुसी, यानी कि कुछ होर नहीं बयान किया अरविंद केजरीवाल ने, सिर्फ स्माइली ही ये जवाब दे विच उन्होंने दस्सिया है और इस तो अंदाजा लगाया जा सकता है। क्योंकि सुनील जाखड़ की गल की जाए, जो तो सीएम चरणजीत चन्नी बने ने उदों तो कोई बहुते खुश नज़र नहीं आ रहे, यानी कि बहुता कोई उन्होंने वालों पार्टी दे विच इन्वॉल्वमेंट नहीं की जा रही, ना ही किसी वड्डी मीटिंग दे विच कोई हिस्सा लिया जा रहा। और खैर कैप्टन अमरिंदर सिंह दे वालों जो वड्डी पार्टी अपनी वक्री तौर पर बनाने नूं ऐलान किया गया सी, तो उस वेले भी उन्होंने वालों कई तरह के तंज कह सकते हैं, कई तरह के बयान तिखे सामने आए सन। तो अगे वधांगे, गल करांगे टीकरी हादसे की। टीकरी हादसे का मुलजम ट्रक ड्राइवर गिरफ्तार होया है। टीकरी बॉर्डर हादसे दे विच 3 महिलावां दी जान चली गई। 2 महिला किसानां दी हालत जिहड़ी है वो गंभीर बनी हुई है। किसान जथेबंदियां गिरफ्तारी की मांग कर रही सन। सो फिलहाल ट्रक ड्राइवर गिरफ्तार होया और हादसे दे विच 3 महिलावां दी मौत हुई है। यह हादसा कह सकते हैं कि बेहद ही मंदभागा, क्योंकि इस तो पहला गल की जाए तो लखीमपुर दे विच भी हादसा होया सी जिथे 8 जणियां दी कुल मौत हुई सी। उत्थे भी 4 किसान और एक पत्रकार जिहड़े ने दरड़े गए सन, जिस तो बाद 3 बीजेपी वर्करां दी मौत हुई सी। ते हुण गल की जाए टीकरी बॉर्डर की, तो इत्थे भी 3 महिलावां दी मौत हुई है, हादसे दे विच हुई है। और इत्थे भी ट्रक दे वल्लों ही गड्डी ट्रक जिहड़ा चढ़ा दिता गया महिलावां ते। सो पहली तस्वीर तुहानूं विखा रहे मुलजम ट्रक ड्राइवर गिरफ्तार होया, दूसरी तस्वीर हादसे दे विच इन्हां 3 महिलावां दी मौत हुई है। दस दईए कि एक तो बाद एक हादसे जिहड़े ने सामने आ रहे हैं, तो इस बार जिहड़ा हादसा है वो टीकरी बॉर्डर ते होया। तो चरणजीत चन्नी होरां दे वल्लों ट्वीट किया गया, टीकरी बॉर्डर हादसे दे विच सारियां मारियां गईयां महिलावां दे लई पंजाब सरकार ने 5-5 लाख दे मुआवजे का ऐलान किया है। सीएम चन्नी ने ट्वीट करके कहा, इन्हां गवाचियां जानां दी भरपाई कोई भी नहीं कर सकता। ऐसा हादसे दे नाल पंजाब दे संबंधित परिवारां नूं कदे ना पूरा होण वाला घाटा पिया। हालांकि बीती राहत दा सहारा दिंदे मेरी सरकार मृतकां दे लई 5-5 लाख रुपए अते जख्मियां दे लई मुफ्त इलाज का ऐलान करदी है। सो ऐलान किया गया सीएम चन्नी दे वल्लों। उधर राहुल गांधी ट्वीट करते हैं, राहुल गांधी ने ट्वीट किया, भारत माता देश की अन्नदाता नूं कुचलिया गया, ये बेरहमी और नफरत साडे देश नूं खोखला कर रही है, मेरी संवेदना। सो संवेदना देते हुए राहुल गांधी ये ट्वीट करते नजर आए हैं। उधर कैप्टन अमरिंदर सिंह ने ट्वीट किया, साबका सीएम कैप्टन अमरिंदर सिंह ने ट्वीट किया, टीकरी बॉर्डर ते तेज रफ्तार ट्रक की लपेट दे विच आउण दे नाल मानसा दीआं 3 महिला किसानां दी दर्दनाक मौत ते दुख प्रगट करदा हां। हादसे दे विच 3 होर औरतां गंभीर रूप च जख्मी होईयां ने, जिन्हां दे जल्द ठीक होण दी पीड़ित परिवारां नूं मुआवजा देना चाहिए और जख्मियों का वधिया इलाज यकीनी बनाना चाहिए। सो मुआवजे की मांग की कैप्टन अमरिंदर सिंह ने अपने ट्वीट के। उधर अरविंद केजरीवाल दे वल्लों भी ट्वीट किया गया, लिखा,
ਹਾਦਸਾ ਬਹੁਤ ਦੁਖਦ ਹੈ। ਮੈਂ ਵਾਹਿਗੁਰੂ ਅੱਗੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਦੇ ਲਈ ਅਰਦਾਸ ਕਰਦਾ ਹਾਂ। ਜੇਕਰ ਕੇਂਦਰ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਸਾਡੇ ਕਿਸਾਨ ਪਰਿਵਾਰਾਂ ਨੂੰ ਇਸ ਤਰ੍ਹਾਂ ਸੜਕਾਂ ਤੇ ਨਹੀਂ ਬੈਠਣਾ ਪਵੇਗਾ। ਫਿਰ ਅਜਿਹੇ ਦਰਦਨਾਕ ਹਾਦਸੇ ਕਦੇ ਨਹੀਂ ਵਾਪਰਨਗੇ। ਸੋਨਾ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਫਿਰ ਤੋਂ ਪਾ ਦਿੱਤਾ ਗਿਆ ਕੇਂਦਰ ਨੂੰ ਕਿ ਆਖਿਰਕਾਰ ਕਿਉਂ ਇਹ ਸੜਕਾਂ ਤੇ ਕਿਸਾਨ ਬੈਠੇ ਹੋਏ। ਸੋ ਲਗਾਤਾਰ ਖਬਰਾਂ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿਣਗੀਆਂ। ਇੱਕ ਛੋਟਾ ਜਿਹਾ ਬ੍ਰੇਕ ਲੈਣੇ।